ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਇੱਕ ਸੰਗਤ ਰੂਪ ਦੇ ਵਿੱਚ ਜੁੜ ਬੈਠ ਕੇ ਆਪਾਂ ਸਮੇਂ ਦਾ ਲਾਹਾ ਲਈਏ। ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ ਤੇ ਆਪਣੇ ਜੀਵਨ ਦੇ ਵਿੱਚ ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਬਾਣੀ ਕੱਲ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਦੀ ਵਿਚਾਰ ਕਰ ਰਹੇ ਸੀ। ਸਮਝਾ ਰਹੇ ਸੀ ਕਿ ਸਾਰੇ ਭਰਮ ਨੂੰ ਛੱਡ ਕੇ ਜਦੋਂ ਅਸੀਂ ਉਸ ਪ੍ਰਭੂ ਦੇ ਪਾਰ ਬ੍ਰਹਮ ਨੂੰ ਭਜਦੇ ਹਾਂ, ਪਾਰ ਬ੍ਰਹਮ ਨੂੰ ਧਿਆਉਂਦੇ ਹਾਂ, ਪਾਰ ਬ੍ਰਹਮ ਦੇ ਦਰਸ਼ਨ ਕਰਦੇ ਹਾਂ, ਤੇ ਫਿਰ ਇਹੀ ਅਟਲ ਧਰਮ ਹੈ, ਇੱਕ ਜੋ ਸਾਰਿਆਂ ਤੋਂ ਸ੍ਰੇਸ਼ਟ ਧਰਮ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਹਰੀ ਨੂੰ ਭਜਣਾ, ਨਾਮ ਨੂੰ ਭਜਣਾ, ਨਾਮ ਨੂੰ ਧਿਆਉਣਾ, ਪਰਮੇਸ਼ਰ ਨੂੰ ਧਿਆਉਣਾ, ਇਹ ਅਟਲ ਹੈ, ਕਿਉਂਕਿ ਧਿਆਨ ਨਹੀਂ ਮਰਦਾ, ਧਿਆਨ ਹੀ ਅੱਗੇ ਜਾਂਦਾ ਹੈ। ਬਾਕੀ ਸਾਰਾ ਕੁਛ ਇੱਥੇ ਸੰਸਾਰ ਤੱਕ ਰਹਿ ਜਾਂਦਾ ਹੈ, ਗੁਰ ਦਾ ਬਚਨ ਨਾਲ ਜਾਂਦਾ ਹੈ, ਧਿਆਨ ਸਾਡਾ ਜਾਂਦਾ ਹੈ। ਪਰ ਇਹ ਸਾਰਾ ਕੁਛ ਛੱਡ ਕੇ ਹੀ ਆਪਾਂ ਉਸ ਪ੍ਰਭੂ ਨੂੰ 'ਚ ਧਿਆਨ ਲਗਾ ਸਕਦੇ ਹਾਂ, ਕਿਉਂਕਿ ਧਿਆਨ ਮਾਰਗ 'ਤੇ ਆਪਾਂ ਚੱਲ ਸਕਦੇ ਹਾਂ ਜੇ ਅਸੀਂ ਗਿਆਨ ਨੂੰ ਛੱਡਦੇ ਹਾਂ। ਗਿਆਨ ਰੁਕਾਵਟ ਹੈ, ਇਸ ਕਰਕੇ ਆਪਾਂ ਜਦੋਂ ਗਿਆਨ ਲੈ ਕੇ ਧਿਆਨ ਮਾਰਗ 'ਤੇ ਚੱਲਦੇ ਹਾਂ ਅਤੇ ਨਾਲ ਨਾਲ ਅਸੀਂ ਗੁਰਬਾਣੀ ਪੜ੍ਹ ਕੇ ਸਮਝਣਾ ਹੁੰਦਾ ਹੈ ਕਿ ਜੋ ਅਸੀਂ ਕਰ ਰਹੇ ਹਾਂ ਕਿ ਸਾਨੂੰ ਇਹ ਸਤਿਗੁਰੂ ਜੀ ਸਮਝਾ ਰਹੇ ਨੇ, ਕਿ ਇਹ ਉਪਦੇਸ਼ ਕਰ ਰਹੇ ਨੇ, ਤਾਂ ਕਿ ਕਿਤੇ ਅਸੀਂ ਗਲਤ ਨਾ ਕਰਦੇ ਹੋਈਏ। ਗੁਰਬਾਣੀ ਅਨੁਸਾਰ ਆਪਾਂ ਇੱਕ ਵਾਰੀ ਇਸ ਚੀਜ਼ ਨੂੰ ਸਮਝ ਲੈਣਾ ਹੈ, ਆਪਣੇ ਮਾਰਗ ਨੂੰ, ਅਤੇ ਫਿਰ ਆਪਾਂ ਸਿਰਫ ਧਿਆਨ ਦੇ ਵਿੱਚ ਵਿਚਰਨਾ ਹੁੰਦਾ ਹੈ। ਤਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹ ਧਰਮ। ਇਹ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਹੈ। ਰਹੋ ਪੰਕਤੀਆਂ ਨੇ। ਰਾਮ ਰਮਨ ਤਰਨ ਭੈ ਸਾਗਰ, ਸਰਨ ਸੂਰ ਫਾਰੇ ਜਮ ਕਾਗਰ। ਰਾਮ ਨੂੰ ਜਿਹੜੇ ਰਮਦੇ ਨੇ ਉਹ ਫਿਰ ਇਸ ਭਵ ਸਾਗਰ ਨੂੰ ਤਰ ਜਾਂਦੇ ਨੇ। ਰਾਮ ਹਰ ਥਾਂ ਰਮਿਆ ਹੈ, ਉਸ ਦੇ ਵਿੱਚ ਆਪਾਂ ਕਿਵੇਂ ਸਮਾਉਣਾ ਹੈ, ਕਿਵੇਂ ਉਸ ਦੇ ਵਿੱਚ ਜੋਤ ਨੂੰ ਜੋਤ 'ਚ ਮਿਲਾਉਣਾ ਹੈ। ਇਹਦੇ ਜਦੋਂ ਆਪਾਂ ਚੱਲਦੇ ਹਾਂ, ਇਹ ਅਭਿਆਸ ਕਰਦੇ ਹਾਂ। ਕੌਣ ਦੱਸਦਾ? ਅਭਿਆਸ ਜਿਹੜੇ ਆਪ ਉਹਦੇ 'ਚ ਰਮੇ ਨੇ। ਐਸੇ ਜਨਾਂ ਦੀ ਸ਼ਰਨ 'ਚ ਜਾਂਦੇ ਹਾਂ, ਉਸ ਤੋਂ ਗਿਆਨ ਲੈਂਦੇ ਹਾਂ, ਅਤੇ ਜਮਾਂ ਦੇ ਜਿਹੜੇ ਕਾਗਜ਼ ਨੇ, ਜਮਾਂ ਦਾ ਜਿਹੜਾ ਲੇਖਾ ਹੈ, ਉਹ ਫਟ ਜਾਂਦਾ ਹੈ ਅਤੇ ਸਾਡਾ ਜਮਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਜਿਹੜਾ ਜਮ ਮਾਰਗ ਹੈ ਉਹ ਆਪਾਂ ਬੰਦ ਕਰ ਦਿੰਦੇ ਹਾਂ ਅਤੇ ਆਪਾਂ ਗੋਬਿੰਦ ਮਾਰਗ 'ਤੇ ਚੱਲ ਪੈਂਦੇ ਹਾਂ। ਦੋ ਹੀ ਰਸਤੇ ਨੇ, ਲਿਵ ਦਾ ਅਤੇ ਤਾਤ ਦਾ। ਲਿਵ ਦੇ ਰਸਤੇ ਨੂੰ ਗੋਬਿੰਦ ਮਾਰਗ ਹੈ, ਤਾਤ ਦੇ ਰਸਤੇ ਨੂੰ ਜਮ ਮਾਰਗ ਹੈ। ਲਿਵ ਤਾਤ ਦੋ ਰਾਹ ਹੈ, ਹੁਕਮੀ ਕਾਰ ਕਮਾਏ। ਅਤੇ ਜਦੋਂ ਹੁਕਮ ਹੁੰਦਾ ਹੈ ਮਾਲਕ ਦਾ, ਆਪਾਂ ਉਹਦੇ ਕਾਰ ਕਮਾਉਂਦਾ ਹੈ, ਜੀਵ ਲਿਵ ਦੇ ਰਸਤੇ ਚੱਲਦਾ ਹੈ।
ਤੇ ਜਦੋਂ ਉਸ ਦੇ ਹੁਕਮ ਤੋਂ ਵਾਕੀ ਹੈ ਫਿਰ ਉਹ ਤਾਤ ਦੇ ਰਸਤੇ ਤੇ ਚੱਲਦਾ ਹੈ। ਇਸ ਕਰਕੇ ਸਮਝਾਉਂਦੇ ਨੇ, ਰਾਮ ਰਮਨ ਧਰਨ ਪੈ ਸਾਗਰ, ਸਰਨ ਸੂਰ ਫਾਰੇ ਜਮ ਕਾਗਰ। ਜਦੋਂ ਇਸ ਸਰਨ 'ਚ ਜਾਂਦੇ ਹਾਂ, ਉਹਨਾਂ ਜਨਾਂ ਦੇ ਜਿਹੜੇ ਉਸ ਪ੍ਰਭੂ ਨੂੰ ਰਾਮ ਨੂੰ ਰਮਦੇ ਨੇ, ਜਿਹੜੇ ਇਸ ਭਵ ਸਾਗਰ ਨੂੰ ਤਰੇ ਨੇ, ਅਤੇ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਹੀ ਜੀਵ ਤਰਨਾ ਸਿੱਖਦਾ ਹੈ, ਭਵ ਸਾਗਰ ਨੂੰ ਪਾਰ ਕਰਨਾ ਸਿੱਖਦਾ ਹੈ। ਅਤੇ ਜਮਾਂ ਦੇ ਕਾਗਜ਼ ਫੜ ਜਾਂਦੇ ਨੇ, ਕਿਉਂਕਿ ਜਮ ਹੀ ਸਾਨੂੰ ਉੱਥੇ ਤੱਕ ਪਹੁੰਚਣ ਨਹੀਂ ਦਿੰਦੇ। ਜਿਹੜੇ ਪੰਜ ਨੇ ਉਹ ਸਾਨੂੰ ਉਸ ਪ੍ਰਭੂ ਤੱਕ ਪਹੁੰਚਣ ਦੇ ਵਿੱਚ ਰੁਕਾਵਟ ਪਾਉਂਦੇ ਨੇ। ਪਰ ਜਦੋਂ ਜੀਵਾਂ ਦਾ ਸੰਗ ਕਰਦੇ ਹਾਂ, ਗਿਆਨ ਲੈਂਦੇ ਹਾਂ, ਫਿਰ ਇਹਨਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਕਰ ਕਿਰਪਾ ਭੇਟੇ ਗੁਰ ਸੋਈ, ਤਿਤ ਬਲ ਰੋਗ ਨਾ ਵਿਆਪੈ ਕੋਈ। ਜਦੋਂ ਕਿਰਪਾ ਕਰਦਾ ਹੈ ਫਿਰ ਐਸਾ ਗੁਰ ਸਾਨੂੰ ਮਿਲਦਾ ਹੈ, ਐਸੇ ਗੁਰ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਦਾ ਬਲ ਹੈ, ਜਿਸ ਦੇ ਪ੍ਰਤਾਪ ਨਾਲ ਸਾਨੂੰ ਕੋਈ ਰੋਗ ਨਹੀਂ ਵਿਆਪਦਾ। ਨਾ ਵਿਛੋੜਾ ਦਾ ਰੋਗ ਲੱਗਦਾ ਹੈ, ਨਾ ਜਮਾਂ ਦਾ ਮਾਰ ਪੈਂਦੀ ਹੈ, ਨਾ ਜਨਮ ਮਰਨ ਦਾ ਰੋਗ ਲੱਗਦਾ ਹੈ। ਪਰ ਕਦੋਂ? ਜਦੋਂ ਆਪ ਕਿਰਪਾ ਕਰਦਾ ਹੈ, ਫਿਰ ਸਾਨੂੰ ਐਸਾ ਗੁਰ ਮਿਲਾ ਦਿੰਦਾ ਹੈ, ਆਪਣੇ ਜਨਾਂ ਦੁਆਰਾ ਐਸਾ ਗਿਆਨ ਬਖਸ਼ ਦਿੰਦਾ ਹੈ ਕਿ ਮਨ ਦਾ ਰੋਗ ਖਤਮ ਹੋ ਜਾਂਦਾ ਹੈ, ਮਨ ਅਰੋਗੀ ਹੋ ਜਾਂਦਾ ਹੈ, ਰੋਗ ਤੋਂ ਰਹਿਤ ਹੋ ਜਾਂਦਾ ਹੈ। ਸਤਿਗੁਰ ਮੰਤਰ ਦਿਓ ਹਰ ਨਾਮ। ਆਪ ਮਾਲਕ ਆਪਣੇ ਜਨਾਂ ਦੁਆਰਾ ਫਿਰ ਸਾਨੂੰ ਮੰਤਰ ਦਿੰਦਾ ਹੈ, ਜੋ ਗੁਰ ਹੈ, ਜਿਸ ਨੂੰ ਨਾਮ ਕਿਹਾ ਹੈ। ਪਰ ਦਿੰਦਾ ਕੌਣ ਹੈ? ਆਪ ਮਾਲਕ ਸਤਿਗੁਰ, ਜੋ ਸਾਡੇ ਸਾਰਿਆਂ 'ਚ ਵਸਦਾ ਹੈ। ਆਪਣੇ ਜਨਾਂ ਦੁਆਰਾ ਆਪ ਹੀ ਇਹ ਗਿਆਨ ਦਿੰਦਾ ਹੈ। ਜਿਨ੍ਹਾਂ ਨੂੰ ਦਿੰਦਾ ਹੈ ਇਹ ਆਸਰ ਪੂਰਨ ਪਏ ਕੰਮ। ਅਤੇ ਫਿਰ ਜਿਹੜਾ ਸਾਡਾ ਇਹ ਅਵਸਰ ਮਿਲਿਆ ਹੈ, ਆਪਾਂ ਨੂੰ ਮਨੁੱਖਾ ਦੇਹੀ ਮਿਲੀ ਹੈ, ਇੱਕ ਅਵਸਰ ਮਿਲਿਆ ਹੈ, ਇਹ ਤੇਰੀ ਅਵਸਰ, ਇਹ ਤੇਰੀ ਬਾਰ, ਇੱਕ ਬਾਰੀ ਮਿਲੀ ਹੈ, ਇੱਕ ਮੌਕਾ ਮਿਲਿਆ ਹੈ। ਜਿਸ ਕਾਰਜ ਨੂੰ ਇਹ ਆਪਾਂ ਨੂੰ ਅਵਸਰ ਮਿਲਿਆ ਹੈ, ਉਹ ਕਾਰਜ ਪੂਰਾ ਹੋ ਜਾਂਦਾ ਹੈ। ਜਪ ਤਪ ਸੰਜਮ ਪੂਰੀ ਵਡਿਆਈ, ਗੁਰ ਕਿਰਪਾਲ ਹਰ ਪਏ ਸਹਾਈ। ਹਰੀ ਆਪ ਸਹਾਈ ਹੋ ਜਾਂਦਾ ਹੈ, ਅੰਗ ਸੰਗ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ ਗੁਰ ਦੀ ਕਿਰਪਾ ਨਾਲ। ਫਿਰ ਸਾਡਾ ਅਸਲੀ ਜਿਹੜਾ ਜਪ ਤਪ ਸੰਜਮ ਹੈ, ਅਸਲੀ ਜਿਹੜੀ ਭਗਤੀ ਹੈ, ਅਸਲੀ ਜੋ ਮਾਲਕ ਦੀ ਬਖਸ਼ਿਸ਼ ਹੈ, ਉਸ ਦੀ ਵਡਿਆਈ ਹੈ, ਫਿਰ ਸਾਨੂੰ ਪ੍ਰਾਪਤ ਹੁੰਦੀ ਹੈ। ਜਦੋਂ ਗੁਰ ਦੀ ਕਿਰਪਾ ਦੇ ਨਾਲ ਅਸੀਂ ਉਸ ਮਾਲਕ ਨੂੰ ਹਾਜ਼ਰ ਨਾਜ਼ਰ ਦੇਖ ਲੈਂਦੇ ਹਾਂ। ਇੱਕ ਹੁੰਦਾ ਸਮਝ ਲੈਣਾ, ਇਹ ਤਾਂ ਤੁਸੀਂ ਆਪਾਂ ਬਹੁਤ ਸਾਰਿਆਂ ਤੋਂ ਸੁਣਦੇ ਹਾਂ ਕਿ ਉਸ ਨੂੰ ਅੰਗ ਸੰਗ ਸਮਝਣਾ ਹੈ, ਲੇਕਿਨ ਉਸ ਨੂੰ ਦੇਖ ਲੈਣਾ, ਉਸ ਨੂੰ ਜਾਣ ਲੈਣਾ, ਦਰਸ਼ਨ ਕਰਨੇ ਸਦਾ ਹਜ਼ੂਰ ਰਹਿੰਦਾ ਹੈ। ਫਿਰ ਜਾ ਕੇ ਸਾਡੇ ਜਿਹੜੇ ਜਪ ਤਪ ਹੈ, ਪੂਜਾ ਹੈ, ਜੋ ਵੀ ਹੈ, ਫਿਰ ਹੀ ਸਾਡੀ ਹੁੰਦੀ ਹੈ। ਕਿਉਂਕਿ ਉਸ ਦੇ ਦਰਸ਼ਨ ਕਰ ਲਏ ਤੇ ਸਮਝ ਲਓ ਬਈ ਸਾਰਾ ਕੁਛ ਹੀ ਅਸੀਂ ਕਰ ਲਿਆ। ਗੁਰ ਨੂੰ ਮਨ ਵਿੱਚ ਵਸਾ ਲਿਆ, ਫਿਰ ਵੀ ਸਮਝ ਲੈਣਾ ਹੈ ਕਿ ਅਸੀਂ ਜਿਸ ਕਾਰਜ ਨੂੰ ਆਏ ਸੀ ਉਹ ਕਾਰਜ ਕਰ ਲਿਆ, ਜਿਹੜਾ ਅਸਲੀ ਕਾਰਜ ਹੈ, ਜਿਹੜਾ ਅਸਲੀ ਜਪ ਤਪ ਮਨ ਦਾ ਹੈ। ਮਾਨ ਮੋਹ ਖੋਏ ਗੁਰ ਪਰਮ। ਗੁਰ ਹੈ ਸਾਡੇ ਅੰਦਰੋਂ ਹੰਕਾਰ ਖੋ ਦਿੰਦਾ ਹੈ, ਮੋਹ ਖਤਮ ਕਰ ਦਿੰਦਾ ਹੈ, ਭਰਮ ਖਤਮ ਕਰ ਦਿੰਦਾ ਹੈ। ਕਿਉਂਕਿ ਇਸੇ ਕਰਕੇ ਅਸੀਂ ਇਹਨਾਂ ਪੰਜਾਂ ਦੇ ਵਸ ਵਿੱਚ ਪੈਂਦੇ ਹਾਂ। ਹੰਕਾਰ ਹੈ, ਮੋਹ ਹੈ ਅਤੇ ਭਰਮ। ਭਰਮ ਦੇ ਵਿੱਚ ਜੀਵ ਸਭ ਕੁਛ ਆਪਣਾ ਸਮਝਦਾ ਹੈ। ਜਦੋਂ ਫਿਰ ਸੋਝੀ ਹੋ ਜਾਂਦੀ ਹੈ
ਫਿਰ ਆਪਣਾ ਨਹੀਂ, ਫਿਰ ਉਸ ਪ੍ਰਭੂ ਦਾ ਹੈ ਸਾਰਾ ਕੁਝ, ਕਿਉਂਕਿ ਮਾਲਕ ਇੱਕੋ ਹੀ ਹੈ, ਦਾਤਾ ਇੱਕੋ ਹੀ ਹੈ। ਫਿਰ ਅਸੀਂ ਆਪਣਾ ਨਹੀਂ ਸਮਝਦੇ। ਜਦ ਤੱਕ ਅਸੀਂ ਆਪਣਾ ਸਮਝਦੇ ਹਾਂ, ਅਸੀਂ ਪ੍ਰਭੂ ਤੋਂ ਦੂਰ ਹਾਂ। ਜਦੋਂ ਅਸੀਂ ਉਸ ਦਾ ਸਮਝਦੇ ਹਾਂ, ਬੇਸ਼ੱਕ ਫਿਰ ਵੀ ਸਾਡਾ ਹੀ ਹੈ, ਫਿਰ ਅਸੀਂ ਉਹਦੇ ਸ਼ਰਨ ਦੇ ਵਿੱਚ ਹਾਂ, ਫਿਰ ਅਸੀਂ ਉਸ ਦੇ ਹੋ ਜਾਂਦੇ ਹਾਂ। ਜਿਵੇਂ ਪਰਿਵਾਰ ਦੇ ਵਿੱਚ ਆਪਾਂ ਦੇਖਦੇ ਹਾਂ, ਪਰਿਵਾਰ ਹੁੰਦਾ ਹੈ, ਮਾਤਾ ਪਿਤਾ ਹੁੰਦੇ ਨੇ। ਜਦੋਂ ਬੱਚੇ ਆਪਣਾ ਅੱਡ ਸਮਝਦੇ ਨੇ ਕੁਛ, ਫਿਰ ਮਾਤਾ ਪਿਤਾ ਤੋਂ ਅੱਡ ਹੋ ਜਾਂਦੇ ਨੇ। ਹਾਲਾਂਕਿ ਜੋ ਮਾਤਾ ਪਿਤਾ ਦਾ ਹੁੰਦਾ ਉਹ ਬੱਚਿਆਂ ਦਾ ਵੀ ਹੁੰਦਾ ਹੈ। ਪਰ ਜਦੋਂ ਬੱਚੇ ਕਹਿੰਦੇ ਨੇ ਕਿ ਨਹੀਂ, ਸਾਨੂੰ ਤਾਂ ਸਾਡਾ ਹਿੱਸਾ ਦਿਓ, ਇਹ ਸਾਡਾ ਹੈ, ਇਹ ਸਾਡੇ ਮਾਂ ਬਾਪ ਦਾ ਹੈ, ਉੱਥੇ ਫਿਰ ਅੱਡ ਹੋ ਜਾਂਦੇ ਹਾਂ। ਇੱਦਾਂ ਹੀ ਜਦੋਂ ਅਸੀਂ ਆਪਣਾ ਸਮਝਦੇ ਹਾਂ, ਅਸੀਂ ਪ੍ਰਭੂ ਤੋਂ ਦੂਰ ਹਾਂ। ਜਦੋਂ ਅਸੀਂ ਸਾਰਾ ਕੁਛ ਉਸ ਦਾ ਸਮਝਦੇ ਹਾਂ, ਫਿਰ ਅਸੀਂ ਉਹਦੇ ਵਿੱਚ ਬਸ ਜਾਂਦੇ ਹਾਂ। ਇਸੇ ਕਰਕੇ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਇਹ ਕਿਹਾ ਹੈ, ਜਿਵੇਂ ਬਾਬਾ ਕਬੀਰ ਜੀ ਸਮਝਾਉਂਦੇ ਨੇ ਵੀ ਮੇਰਾ ਨਹੀਂ ਹੈ ਕੁਛ ਵੀ, ਤੇਰਾ ਹੈ, ਕਿਉਂਕਿ ਜਦ ਤੈਨੂੰ ਸੌਂਪਤਾ ਫਿਰ ਮੇਰਾ ਨਹੀਂ ਕੁਛ ਲੱਗਦਾ। ਕਬੀਰ ਮੇਰਾ ਮੁਝ में किछ नहीं, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗਾ ਮੇਰਾ। ਜਦੋਂ ਆਪਾਂ ਉਸ ਨੂੰ ਸੌਂਪ ਦਿੰਦੇ ਹਾਂ, ਹਾਲਾਂਕਿ ਫਿਰ ਵੀ ਸਾਡਾ ਹੈ, ਉਸ ਤੋਂ ਵੀ ਵੱਧ ਸਾਨੂੰ ਦਿੰਦਾ ਹੈ। ਪਰ ਜੇ ਅਸੀਂ ਉਸ ਦੇ ਹੋਏ ਰਹੀਏ, ਪਰ ਉਸ ਦੇ ਹੋਣ ਦੇ ਵਾਸਤੇ ਸਾਨੂੰ ਆਪਣੇ ਆਪ ਨੂੰ ਸਵਾਰਨਾ ਪੈਂਦਾ ਹੈ। ਸਾਨੂੰ ਸਮਝਣਾ ਪੈਂਦਾ ਹੈ ਵੀ ਅਸੀਂ ਕਿਵੇਂ ਵਿਚਰੀਏ, ਕੀ ਕਰੀਏ, ਕੀ ਨਾ ਕਰੀਏ। ਫਿਰ ਜਦੋਂ ਅਸੀਂ ਆਪਣੇ ਆਪ ਨੂੰ ਸਵਾਰਦੇ ਹਾਂ, ਫਿਰ ਸਾਡਾ ਉਸ ਪ੍ਰਭੂ ਨਾਲ ਮਿਲਾਪ ਹੁੰਦਾ ਹੈ। ਫਿਰ ਜੇ ਅਸੀਂ ਉਸ ਦੇ ਹੋ ਕੇ ਰਹਿੰਦੇ ਹਾਂ, ਫਿਰ ਸਾਡਾ ਸਾਰਾ ਜੱਗ ਨੂੰ ਸਾਡੇ ਕਰ ਦਿੰਦਾ ਹੈ। ਜਿਵੇਂ ਬਾਬਾ ਫਰੀਦ ਜੀ ਸਮਝਾਉਂਦੇ ਨੇ, ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਪਰਮੇਸ਼ਰ ਬਾਬਾ ਫਰੀਦ ਜੀ ਨੂੰ ਸਮਝਾਉਂਦੇ ਨੇ ਵੀ ਜੇ ਕਿਤੇ ਤੂੰ ਮੇਰਾ ਹੋ ਜਾਵੇਂ, ਪਰ ਮੇਰਾ ਹੋਏਗਾ ਤਾਂ ਜੇ ਤੂੰ ਆਪਣੇ ਆਪ ਨੂੰ ਸਵਾਰੇਗਾ, ਫਿਰ ਤੇਰਾ ਮੇਰੇ ਨਾਲ ਮਿਲਾਪ ਹੋਏਗਾ। ਫਿਰ ਮਿਲਣ ਤੋਂ ਬਾਅਦ ਜੇ ਤੂੰ ਮੇਰਾ ਹੋ ਕੇ ਰਹੇਗਾ, ਫਿਰ ਸਾਰਾ ਜੱਗ ਮੈਂ ਤੇਰਾ ਕਰ ਦੂੰਗਾ। ਇਸ ਕਰਕੇ ਸਮਝਾਉਂਦੇ ਨੇ ਕਿ ਫਿਰ ਜਦੋਂ ਗੁਰ ਅਸੀਂ ਲੈ ਕੇ ਮਨ ਵਿੱਚ ਵਸਾ ਲੈਂਦੇ ਹਾਂ, ਫਿਰ ਸਾਡੇ ਅੰਦਰੋਂ ਮਾਨ ਮੋਹ ਭਰਮ ਖਤਮ ਹੋ ਜਾਂਦੇ ਨੇ। ਪੇਖ ਨਾਨਕ ਪਸਰੇ ਪਾਰ ਬ੍ਰਹਮ, ਫਿਰ ਅਸੀਂ ਦੇਖਦੇ ਹਾਂ ਸਾਰੇ ਪਾਸੇ ਪਾਰ ਬ੍ਰਹਮ ਹੀ ਪਸਰਿਆ ਹੋਇਆ ਹੈ, ਉਸੇ ਦਾ ਪਸਾਰਾ ਹੈ, ਉਸੇ ਤੋਂ ਹੀ ਇਹ ਸਾਰਾ ਖੇਲ ਪੈਦਾ ਹੋਇਆ ਹੈ। ਬ੍ਰਹਮੋ ਪਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਫਿਰ ਸਾਰੇ ਪਾਸੇ ਬ੍ਰਹਮ ਹੀ ਨਜ਼ਰ ਆਉਂਦਾ ਹੈ, ਬ੍ਰਹਮ ਦੇ ਹੀ ਦਰਸ਼ਨ ਹੁੰਦੇ ਨੇ। ਪਰ ਭਰਮ ਨਹੀਂ ਰਹਿਣਾ ਚਾਹੀਦਾ, ਗੁਰ ਤੇ ਸ਼ੰਕਾ ਨਾ ਆਵੇ, ਕਿਉਂਕਿ ਗੁਰ ਨੇ ਸਾਡੇ ਭਰਮ ਦੂਰ ਕਰਨੇ, ਕਿਸੇ ਇਨਸਾਨ ਨੇ ਨਹੀਂ। ਜੇ ਅਸੀਂ ਕਹੀਏ ਮੈਂ ਕਹਾਂ ਕਿ ਮੈਂ ਤੁਹਾਡੇ ਭਰਮ ਦੂਰ ਕਰ ਦੇਵਾਂਗਾ, ਨਹੀਂ, ਕੋਈ ਵੀ ਨਹੀਂ ਕਰ ਸਕਦਾ। ਜੇ ਅਸੀਂ ਗੁਰ ਲੈ ਕੇ ਕਮਾ ਲਈਏ, ਗੁਰ ਨੂੰ ਮਨ ਵਿੱਚ ਵਸਾ ਲਈਏ, ਗੁਰ ਤੇ ਪੂਰਨ ਵਿਸ਼ਵਾਸ ਕਰ ਲਈਏ, ਪਰ ਫਿਰ ਗੁਰ ਸਾਡੇ ਭਰਮ ਦੂਰ ਕਰਦਾ ਹੈ, ਕਿਉਂਕਿ ਗੁਰ ਵਰਗਾ ਦੂਜਾ ਕੋਈ ਹੈ ਨਹੀਂ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਹੀ ਪਰਮੇਸ਼ਰ ਰੂਪ ਹੈ, ਗੁਰ ਪਰਮੇਸ਼ਰ ਇੱਕੋ ਜਾਣ। ਬਸ ਕਿਉਂਕਿ ਜਿਸ ਦਿਨ ਸਾਨੂੰ ਇਹ ਪਤਾ ਚੱਲ ਗਿਆ ਕਿ ਇਹ ਗੁਰ ਜਿਹੜਾ ਹੈ ਇਹ ਕੋਈ ਇਨਸਾਨ ਨਹੀਂ ਦੇ ਰਿਹਾ, ਇਹ ਆਪ ਮਾਲਕ ਦੇ ਰਿਹਾ ਹੈ ਆਪਣੇ ਜਨਾਂ ਦੁਆਰਾ। ਇਹ ਨਹੀਂ ਜਿਹੜਾ ਆਖਦਾ ਉਹਦੇ ਕੁਛ ਵਸ ਹੈ, ਇਹ ਤਾਂ ਉਸ ਪ੍ਰਭੂ ਦੀ ਵਡਿਆਈ ਹੈ। ਪਰ ਜਿਸ ਨੂੰ ਦੇਗਾ ਉਹ ਆਪ ਦੇਗਾ, ਨਾ ਅਸੀਂ ਉਸ ਨੂੰ ਰੋਕ ਸਕਦੇ ਹਾਂ, ਨਾ ਉਹ ਸਾਨੂੰ ਪੁੱਛ ਕੇ ਇਹ ਕੁਛ ਕਰਦਾ ਹੈ। ਮਹਾਰਾਜ ਸਮਝਾਉਂਦੇ ਨੇ, ਆਪਾਂ ਰੋਜ਼ ਪੜ੍ਹਦੇ ਹਾਂ,
ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤਿਸੇ ਕਹਿ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਪ ਪ੍ਰਭੂ ਸਾਨੂੰ ਸਵਾਰਦਾ ਹੈ। ਜਦੋਂ ਆਪਾਂ ਨੂੰ ਇੰਨਾ ਪਤਾ ਚੱਲ ਗਿਆ ਕਿ ਇਹ ਕਿਸੇ ਇਨਸਾਨ ਦਾ ਦਿੱਤਾ ਨਹੀਂ ਹੈ, ਇਹ ਮੇਰੇ ਤੇਰੇ ਵਰਗੇ ਦਾ ਦਿੱਤਾ ਹੋਇਆ ਨਹੀਂ ਹੈ, ਇਹ ਉਸ ਪ੍ਰਭੂ ਦਾ ਦਿੱਤੀ ਹੋਈ ਦਾਤ ਹੈ, ਉਸ ਦਾ ਦਿੱਤਾ ਬਚਨ ਹੈ, ਅਵਿਨਾਸੀ ਬਚਨ ਹੈ। ਫਿਰ ਗੁਰ ਸਾਡੇ ਭਰਮ ਖਤਮ ਕਰ ਦਿੰਦਾ ਹੈ। ਫਿਰ ਸਾਰੇ ਪਾਸੇ ਸਾਨੂੰ ਬ੍ਰਹਮ ਹੀ ਬ੍ਰਹਮ ਪਸਰਿਆ ਦਿਸਦਾ ਹੈ। ਆਓ ਅਗਲਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਰਹੋ ਪੰਕਤੀਆਂ ਨੇ। ਤੇਰੇ ਦਾਸ ਕੋ ਤੂੰ ਹੀ ਵਡਿਆਈ, ਮਗਨ ਮਾਇਆ ਮਗਨ ਨਰਕ ਲੈ ਜਾਈ। ਜਿਹੜੇ ਉਸ ਪ੍ਰਭੂ ਦੇ ਦਾਸ ਨੇ, ਜਦੋਂ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਫਿਰ ਸਾਨੂੰ ਸੋਝੀ ਹੋ ਜਾਂਦੀ ਹੈ ਕਿ ਹੇ ਪ੍ਰਭੂ, ਤੇਰੇ ਜਿਹੜੇ ਦਾਸ ਨੇ ਉਹ ਤੇਰੀ ਹੀ ਵਡਿਆਈ ਕਰਦੇ ਨੇ ਅਤੇ ਉਹਨਾਂ ਨੂੰ ਤੇਰੀ ਹੀ ਵਡਿਆਈ ਪਾਉਂਦੀ ਹੈ। ਅਤੇ ਵਡਿਆਈ ਵੀ ਕਦੋਂ ਕਰਦੇ? ਜਦੋਂ ਤੂੰ ਬਖਸ਼ਿਸ਼ ਕਰਦਾ ਹੈ, ਕਿਉਂਕਿ ਨਹੀਂ ਅਸੀਂ ਉਸ ਪ੍ਰਭੂ ਦੀ ਵਡਿਆਈ ਵੀ ਨਹੀਂ ਕਰ ਸਕਦੇ, ਉਸ ਦੀ ਉਸਤਤ ਨਹੀਂ ਕਰ ਸਕਦੇ ਜਦ ਤੱਕ ਆਪ ਆਪਣੇ ਜਨਾਂ ਤੋਂ ਆਪਣੀ ਉਸਤਤ ਨਹੀਂ ਕਰਵਾਉਂਦਾ। ਇਸ ਕਰਕੇ ਜਿਵੇਂ ਆਪਾਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ। ਵੀ ਤੇਰੀ ਉਸਤਤ ਤੇਰੇ ਤੋਂ ਹੀ ਹੁੰਦੀ ਹੈ, ਦੂਜਾ ਇਸ ਨੂੰ ਜਾਣਦਾ ਹੀ ਨਹੀਂ ਹੈ। ਇਸ ਕਰਕੇ ਸਮਝਾਉਂਦੇ ਨੇ ਫਿਰ ਜੀਵ ਨੂੰ ਪਤਾ ਹੈ ਕਿ ਜੇ ਮਨ ਮਾਇਆ ਦੇ ਵਿੱਚ ਮਗਨ ਹੋ ਗਿਆ ਜਾਂ ਅਸੀਂ ਮਾਇਆ ਦੀ ਉਸਤਤ ਕਰਦੇ ਹਾਂ, ਫਿਰ ਮਾਇਆ ਸਾਨੂੰ ਕਿੱਥੇ ਲੈ ਜਾਂਦੀ ਹੈ? ਨਰਕ ਦੇ ਵਿੱਚ, ਧਰਮਰਾਜ ਕੋਲ ਲੈ ਜਾਂਦੀ। ਧਰਮਰਾਜ ਸਾਨੂੰ ਇਸ ਦੀ ਸਜ਼ਾ ਦਿੰਦਾ ਹੈ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਇਸ ਕਰਕੇ ਜਿਹੜੇ ਪ੍ਰਭੂ ਦੇ ਜੀਵ ਨੇ, ਉਸ ਪ੍ਰਭੂ ਦੇ ਜਨ ਨੇ, ਉਸ ਪ੍ਰਭੂ ਦੀ ਹੀ ਵਡਿਆਈ ਕਰਦੇ ਨੇ। ਇਹ ਰਹੋ ਪੰਕਤੀਆਂ ਨੇ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਬਿਖੈ ਰਾਜ ਤੇ ਅੰਦੋਲਾ ਭਾਰੀ। ਬਿਖੈ ਰਾਜ ਹੈ ਜਿਹੜਾ ਤ੍ਰੈ ਗੁਣੀ ਸੰਸਾਰਿਕ ਰਾਜ ਹੈ, ਸੰਸਾਰ ਦੀ ਧਨ ਦੌਲਤ ਹੈ। ਇਹ ਕੀ ਹੈ ਕਿ ਇੱਕ ਹਉਮੈ ਹੈ, ਇਹ ਜੀਵ ਨੂੰ ਅੰਧਾ ਕਰ ਦਿੰਦੀ ਹੈ। ਸੰਸਾਰਿਕ ਵਡਿਆਈਆਂ, ਸੰਸਾਰਿਕ ਰਾਜ ਭਾਗ, ਇਹ ਸਾਡੇ ਮਨ ਨੂੰ ਹੰਕਾਰ ਦੇ ਵਿੱਚ ਅੰਧਾ ਕਰ ਦਿੰਦੀਆਂ ਨੇ ਅਤੇ ਫਿਰ ਜੀਵ ਨਰਕਾਂ ਨੂੰ ਜਾਂਦਾ ਹੈ। ਜਿਸ ਕੇ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਨ। ਸੰਸਾਰ ਦੀਆਂ ਵਡਿਆਈਆਂ, ਸੰਸਾਰ ਦਾ ਧਨ ਦੌਲਤ, ਜ਼ਿਆਦਾ ਜਿਹੜਾ ਧਨ ਦੌਲਤ ਹੈ, ਬੜੀਆਂ ਵਡਿਆਈਆਂ ਨੇ, ਇਹ ਸਾਡੇ ਮਨ ਨੂੰ ਹੰਕਾਰ ਦੇ ਵਿੱਚ ਅੰਧਾ ਕਰ ਦਿੰਦੀਆਂ ਨੇ। ਦੁੱਖ ਲਾਗੈ ਰਾਮ ਨਾਮ ਚਿਤਾਰੀ। ਪਰ ਜਿਨ੍ਹਾਂ ਜੀਵਾਂ ਨੂੰ ਦੁੱਖ ਲੱਗਦਾ ਹੈ ਸੰਸਾਰ ਦੇ ਵਿੱਚ, ਕੋਈ ਸੰਸਾਰਿਕ ਸਰੀਰਕ ਰੋਗ ਲੱਗਦਾ ਹੈ, ਬਹੁਤ ਸਾਰੇ ਦੁੱਖ ਨੇ, ਕੋਈ ਘਾਟਾ ਪੈ ਜਾਂਦਾ ਹੈ, ਕੋਈ ਅਪਮਾਨ ਹੁੰਦਾ ਹੈ, ਬਹੁਤ ਕੁਛ ਹੈ। ਫਿਰ ਉਹ ਰਾਮ ਦੇ ਨਾਮ ਨੂੰ ਚੇਤੇ ਕਰਦਾ ਹੈ। ਜੇ ਉਸ ਨੂੰ ਰਾਜ ਭਾਗ ਪ੍ਰਾਪਤ ਹੁੰਦਾ ਹੈ, ਸੰਸਾਰਿਕ ਧਨ ਦੌਲਤ ਪ੍ਰਾਪਤ ਹੁੰਦੀ ਹੈ, ਫਿਰ ਹੰਕਾਰ ਦੇ ਵਿੱਚ ਜੀਵ ਅੰਧਾ ਹੋ ਜਾਂਦਾ ਹੈ, ਪਰਮੇਸ਼ਰ ਨੂੰ ਭੁੱਲ ਜਾਂਦਾ ਹੈ। ਜਦੋਂ ਜੀਵ ਨੂੰ ਰੋਗ ਲੱਗਦਾ ਹੈ ਅਤੇ ਫਿਰ ਉਹ ਰਾਮ ਦੇ ਨਾਮ ਨੂੰ ਚੇਤੇ ਕਰਦਾ ਹੈ। ਇਸ ਕਰਕੇ ਹੀ ਮਹਾਰਾਜ ਸਮਝਾਉਂਦੇ ਨੇ, ਆਪਾਂ ਰੋਜ਼ ਪੜ੍ਹਦੇ ਹਾਂ, ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਸੁਖ ਰੋਗ ਹੈ ਮਨ ਦੇ ਵਾਸਤੇ, ਦੁੱਖ ਦਾਰੂ ਹੈ। ਜਿੱਥੇ ਸੁਖ ਹੈ ਉੱਥੇ ਮਾਲਕ ਨੂੰ ਭੁੱਲ ਜਾਂਦਾ ਹੈ ਜੀਵ।
ਜਿੱਥੇ ਦੁੱਖ ਹੈ ਉੱਥੇ ਪ੍ਰਭੂ ਨੂੰ ਚੇਤੇ ਕਰਦਾ ਹੈ। ਰੋਗ ਗ੍ਰਸਤ ਚਿਤਾਰੇ ਨਾਉ, ਰੋਗਾਂ ਦੀ ਗ੍ਰਸਤ 'ਚ ਆ ਜਾਂਦਾ ਹੈ ਜੀਵ, ਫਿਰ ਨਾਮ ਨੂੰ ਚੇਤੇ ਕਰਦਾ ਹੈ, ਪ੍ਰਭੂ ਚੇਤੇ ਆਉਂਦਾ ਹੈ। ਬਿਖ ਮਾਤੇ ਕਾ ਠੌਰ ਨਾ ਠਾਓ, ਜਦ ਤੱਕ ਤ੍ਰੈ ਗੁਣਾ ਦੇ ਧਨ ਦੌਲਤ ਵਿੱਚ ਮਸਤ ਰਹਿੰਦਾ ਹੈ ਜੀਵ, ਉਸ ਨੂੰ ਮਨ ਨੂੰ ਟਿਕਾਣਾ ਨਹੀਂ ਮਿਲਦਾ, ਠੌਰ ਨਹੀਂ ਮਿਲਦੀ, ਕਿਉਂਕਿ ਇੰਨਾ ਮਗਨ ਰਹਿੰਦਾ ਹੈ ਕਿ ਉਸ ਪ੍ਰਭੂ ਨੂੰ ਨੇੜੇ ਦੇਖਦਾ ਹੀ ਨਹੀਂ ਹੈ। ਕਦੇ ਮਨ ਨੀਵਾਂ ਹੁੰਦਾ ਹੀ ਨਹੀਂ ਹੈ, ਹੰਕਾਰ ਦੇ ਵਿੱਚ ਵੱਡਾ ਫਿਰਦਾ ਹੈ, ਹੰਕਾਰ ਦੇ ਵਿੱਚ ਰਹਿੰਦਾ ਹੈ ਮਨ। ਨਿਭਦਾ ਕਦੋਂ ਹੈ? ਜਦੋਂ ਜੀਵ ਨੂੰ ਦੁੱਖ ਲੱਗਦਾ ਹੈ, ਸੋਗ ਆਉਂਦਾ ਹੈ, ਫਿਰ ਉਸ ਦਾ ਮਨ ਨੀਵਾਂ ਹੋ ਜਾਂਦਾ ਹੈ, ਜਿਸ ਨੂੰ ਆਪਾਂ ਕਹਿੰਦੇ ਨੇ ਉਦਾਸ ਹੈ, ਇਸ ਨੇ ਨੀਵੀਂ ਪਾਈ ਹੈ। ਮਨ ਨਿਭਦਾ ਹੈ ਤੇ ਪ੍ਰਭੂ ਨੂੰ ਪਾਉਂਦਾ ਹੈ, ਮਨ ਹੰਕਾਰੀ ਹੈ ਤੇ ਮਾਲਕ ਨੂੰ ਨਹੀਂ ਪਾਉਂਦਾ। ਚਰਨ ਕਮਲ ਸਿਓ ਲਾਗੀ ਪ੍ਰੀਤ, ਆਨ ਸੁੱਖਾਂ ਨਹੀਂ ਆਵੇ ਚੀਤ। ਜਦੋਂ ਫਿਰ ਜੀਵ ਦੀ ਜਿਹੜੀ ਪ੍ਰੀਤ ਹੈ ਉਸ ਪ੍ਰਭੂ ਦੇ ਚਰਨ ਕਮਲਾਂ ਦੇ ਨਾਲ ਜੁੜ ਜਾਂਦੀ ਹੈ, ਫਿਰ ਉਸ ਨੂੰ ਹੋਰ ਸੁੱਖ ਤਾਂ ਚੇਤੇ ਨਹੀਂ ਆਉਂਦੇ, ਕਿਉਂਕਿ ਜਿਹੜਾ ਸੁੱਖ ਉਸ ਮਾਲਕ ਦੀ ਸੇਵਾ ਦੇ ਵਿੱਚ ਹੈ, ਉਹ ਸੁੱਖ ਤਾਂ ਸਾਨੂੰ ਰਾਜ ਭਾਗ ਦੇ ਵਿੱਚ ਵੀ ਨਹੀਂ ਪ੍ਰਾਪਤ ਹੋਣਾ। ਜੋ ਸੁਖ ਹਰ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ। ਜਿਹੜਾ ਉਸ ਪ੍ਰਭੂ ਦੇ ਪਿਆਰ ਦੇ ਵਿੱਚ, ਉਸ ਪ੍ਰਭੂ ਦੀ ਸੇਵਾ ਦੇ ਵਿੱਚ ਸੁਖ ਹੈ, ਉਹ ਹੋਰ ਕਿਤੇ ਸਾਨੂੰ ਸੁਖ ਪ੍ਰਾਪਤ ਨਹੀਂ ਹੋ ਸਕਦਾ। ਇਸ ਕਰਕੇ ਉਹਨਾਂ ਨੂੰ ਹੋਰ ਸੁਖ ਨਹੀਂ ਚੇਤੇ ਆਉਂਦੇ, ਪਰ ਜਿਨ੍ਹਾਂ ਦੀ ਪ੍ਰੀਤ ਉਸ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਂਦੀ ਹੈ। ਸਦਾ ਸਦਾ ਸਿਮਰੋ ਪ੍ਰਭ ਸੁਆਮੀ, ਮਿਲ ਨਾਨਕ ਹਰ ਅੰਤਰਜਾਮੀ। ਜਦੋਂ ਫਿਰ ਉਸ ਨਾਲ ਪਿਆਰ ਪੈ ਜਾਂਦਾ ਹੈ, ਉਹ ਪ੍ਰਭੂ ਮਿਲ ਜਾਂਦਾ ਹੈ, ਅੰਤਰਜਾਮੀ ਪਰਮੇਸ਼ਰ ਹੈ, ਮਿਲਾਪ ਹੋ ਜਾਂਦਾ ਹੈ, ਫਿਰ ਸਦਾ ਹੀ ਉਸ ਦਾ ਸਿਮਰਨ ਹੈ, ਕਿਉਂਕਿ ਫਿਰ ਪ੍ਰਗਟ ਹੀ ਰਹਿੰਦਾ ਹੈ, ਹਰ ਥਾਂ ਤੇ ਹੈ, ਜਿੱਥੇ ਵੀ ਜਾਈਏ ਹਰ ਥਾਂ ਤੇ ਹੈ। ਇਸ ਕਰਕੇ ਸਦਾ ਚਿੱਤ ਦੇ ਵਿੱਚ ਵਸਿਆ, ਕਿਉਂਕਿ ਸਿਮਰਨ ਸ਼ੁਰੂ ਹੀ ਸਾਡਾ ਉਦੋਂ ਹੋਣਾ ਹੈ ਜਦੋਂ ਪਿਆਰ ਪੈ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਜਿੰਨੀ ਦੇਰ ਅਸੀਂ ਦੇਖੇ ਹੀ ਨਹੀਂ, ਅਸੀਂ ਮੁੱਖੋਂ ਤਾਂ ਕਰ ਸਕਦੇ ਹਾਂ, ਲੇਕਿਨ ਚਿੱਤ ਦੇ ਵਿੱਚ ਨਹੀਂ ਵਸਦਾ। ਚਿੱਤ ਦੇ ਵਿੱਚ ਕਦੋਂ ਵਸਦਾ ਹੈ? ਜਦੋਂ ਅਸੀਂ ਗਿਆਨ ਲੈ ਕੇ ਉਸ ਨੂੰ ਨੇੜੇ ਦੇਖਦੇ ਹਾਂ। ਜਦੋਂ ਚਿੱਤ ਵਿੱਚ ਵਸ ਜਾਂਦਾ ਹੈ, ਉਦੋਂ ਹੀ ਫਿਰ ਭਗਤੀ ਸ਼ੁਰੂ ਹੁੰਦੀ ਹੈ। ਜਿੰਨੀ ਦੇਰ ਚਿੱਤ ਦੇ ਵਿੱਚ ਨਹੀਂ ਵਸਿਆ, ਆਪਾਂ ਉਸ ਪ੍ਰਭੂ ਦਾ ਸਿਮਰਨ ਨਹੀਂ ਕਰਦੇ, ਕਿਉਂਕਿ ਧਿਆਨ ਜਿੱਥੇ ਹੈ ਉਹੀ ਸਿਮਰਨ ਹੈ। ਜਿੱਥੇ ਸਾਡਾ ਧਿਆਨ ਹੈ, ਜਿੱਥੇ ਧਿਆਨ ਨਹੀਂ ਉੱਥੇ ਸਿਮਰਨ। ਜੇ ਪ੍ਰਭੂ 'ਚ ਧਿਆਨ ਹੀ ਨਹੀਂ ਤੇ ਸਿਮਰਨ ਵੀ ਨਹੀਂ ਹੈ। ਆਓ ਅਗਲਾ ਸ਼ਬਦ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਹੈ। ਰਹੋ ਪੰਕਤੀਆਂ ਨੇ। ਐਸਾ ਹਰ ਰਸ ਰਮਹੁ ਸਭ ਕੋਏ, ਸਰਬ ਕਲਾ ਪੂਰਨ ਪ੍ਰਭ ਸੋਏ। ਕਿ ਸਾਰੇ ਐਸੇ ਹਰੀ ਦੇ ਰਸ ਨੂੰ ਰਮੀਏ, ਉਸ ਵਿੱਚ ਮਨ ਨੂੰ, ਧਿਆਨ ਨੂੰ ਟਿਕਾ ਲਈਏ, ਉਸ ਨੂੰ ਰਮੀਏ, ਉਸ ਦੇ ਰਸ ਦੇ ਵਿੱਚ ਰਮ ਜਾਈਏ। ਕਿਸ ਦੇ ਵਿੱਚ? ਜਿਹੜਾ ਸਰਬ ਕਲਾ ਪੂਰਨ ਹੈ। ਪ੍ਰਭੂ ਸਰਬ ਕਲਾ ਪੂਰਨ ਕੌਣ ਹੈ? ਇੱਕ ਪਰਮੇਸ਼ਰ ਹੀ ਹੈ, ਉਸ ਤੋਂ ਬਿਨਾਂ ਤਾਂ ਦੂਜਾ ਕੋਈ ਨਹੀਂ ਹੋ ਸਕਦਾ। ਉਹ ਪ੍ਰਭੂ ਹੀ ਸਰਬ ਕਲਾ ਸੰਪੂਰਨ ਹੈ। ਆਪਾਂ ਉਸ ਦੇ ਵਿੱਚ ਰਮਣਾ ਹੈ, ਉਸ ਦੇ ਰਸ ਦੇ ਵਿੱਚ ਰਮਣਾ ਹੈ। ਆਪਾਂ ਕਹੀਏ ਵੀ ਉਹਦਾ ਅੰਤ ਪਾ ਲਵਾਂਗੇ, ਨਹੀਂ, ਪਰ ਆਪਾਂ ਉਸ ਦੇ ਆਨੰਦ ਨੂੰ ਮਾਣ ਸਕਦੇ ਹਾਂ। ਜਿਵੇਂ ਮੱਛੀ ਹੈ ਪਾਣੀ ਦੇ ਵਿੱਚ, ਪਾਣੀ ਮੱਛੀ ਦਾ ਜੀਵਨ ਹੈ, ਪਾਣੀ ਦਾ ਆਨੰਦ ਮਾਣਦੀ ਹੈ। ਜਿੰਨਾ ਪਾਣੀ ਜ਼ਿਆਦਾ ਹੁੰਦਾ, ਓਨਾ ਮੱਛੀ ਨੂੰ ਜ਼ਿਆਦਾ ਆਨੰਦ ਆਉਂਦਾ ਹੈ।
ਪਰ ਜੇ ਮੱਛੀ ਕਹੇ ਵੀ ਮੈਂ ਹੁਣ ਸਮੁੰਦਰ ਦਾ ਅੰਤ ਪਾ ਲਵਾਂਗੀ, ਨਹੀਂ, ਇੱਦਾਂ ਅਸੀਂ ਉਸ ਮਾਲਕ ਦਾ ਅੰਤ ਪਾ ਲਵਾਂਗੇ, ਐਸਾ ਨਹੀਂ ਹੈ, ਕਿਉਂਕਿ ਉਹ ਬੇਅੰਤ ਹੈ। ਅੱਜ ਤੱਕ ਉਸ ਦਾ ਕੋਈ ਅੰਤ ਪਾ ਹੀ ਨਹੀਂ ਸਕਿਆ। ਬਹੁਤ ਸਾਰੇ ਜੀਵਾਂ ਨੇ ਕੋਸ਼ਿਸ਼ ਕੀਤੀ, ਬੜਾ ਬਿੱਲ ਲਾਏ ਕਿ ਉਸ ਪ੍ਰਭੂ ਦਾ ਅੰਤ ਪਾ ਲਈਏ। ਅੱਜ ਵੀ ਆਪਾਂ ਦੇਖਦੇ ਸੰਸਾਰ ਦੇ ਵਿੱਚ ਜੀਵ, ਬਹੁਤ ਸਾਰੇ ਸਾਇੰਟਿਸਟ ਹੋਰ ਉਸ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਲੇਕਿਨ ਹਾਲੇ ਇੱਕ ਕਿਣਕਾ ਵੀ ਉਸ ਦੇ ਹਿੱਸੇ ਦਾ ਪ੍ਰਾਪਤ ਨਹੀਂ ਹੋਇਆ। ਅੰਤ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਕਰਕੇ ਕੋਈ ਉਸਦਾ ਅੰਤ ਨਹੀਂ ਪਾ ਸਕਦਾ। ਮਹਾਰਾਜ ਸਮਝਾਉਂਦੇ ਨੇ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਇਹ ਅੰਤ ਨਾ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੋਏ। ਇਸ ਕਰਕੇ ਉਸ ਪ੍ਰਭੂ ਨੂੰ ਜੋ ਸਰਬ ਕਲਾ ਸੰਪੂਰਨ ਹੈ, ਉਸ ਨੂੰ ਆਪਾਂ ਰਮ ਸਕਦੇ, ਉਸ ਦੇ ਆਨੰਦ ਨੂੰ ਮਾਣ ਸਕਦੇ ਹਾਂ। ਉਸ ਦੇ ਦਰਸ਼ਨ ਕਰਕੇ ਆਪਣੀ ਜੋਤ ਨੂੰ ਜੋਤ 'ਚ ਮਿਲਾ ਸਕਦੇ ਹਾਂ। ਜਿਵੇਂ ਇੱਕ ਬੂੰਦ ਜਿਸ ਸਾਗਰ ਦੇ ਵਿੱਚ, ਸਮੁੰਦਰ ਦੇ ਵਿੱਚ ਮਿਲ ਜਾਵੇ ਤੇ ਸਮੁੰਦਰ ਰੂਪ ਹੋ ਜਾਂਦੀ ਹੈ, ਇੱਦਾਂ ਸਾਡੀ ਜੋਤ ਉਸ ਮਾਲਕ 'ਚ ਮਿਲ ਕੇ ਆਪਾਂ ਉਹਦਾ ਰੂਪ ਤਾਂ ਹੋ ਸਕਦੇ ਹਾਂ, ਪਰ ਜੇ ਆਪਾਂ ਕਹੀਏ ਵੀ ਉਹਦਾ ਅੰਤ ਪਾ ਲਵਾਂਗੇ, ਨਹੀਂ, ਕਿਉਂਕਿ ਆਪਾਂ ਆਪਣੇ ਆਪ ਨੂੰ ਖਤਮ ਕਰਕੇ ਉਸ ਦੇ ਵਿੱਚ ਸਮਾਉਣਾ ਹੈ। ਆਪਾਂ ਗਵਾਉਣਾ ਹੈ, ਆਪ ਗਵਾਈਏ ਤਾਂ ਸੌ ਪਾਈਏ, ਤੇ ਫਿਰ ਇਹੀ ਉਸ ਨੂੰ ਰਮਣਾ ਹੈ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਆਠ ਪਹਿਰ ਸੰਗੀ ਬਟਵਾਰੇ। ਅੱਠੇ ਪਹਿਰ ਜਿੱਥੇ ਮਨ ਆ ਕੇ ਰਹਿੰਦਾ ਹੈ, ਉੱਥੇ ਹੀ ਇਹ ਪੰਚੋਰ ਵੀ ਵਸਦੇ ਨੇ, ਜਿਹੜੇ ਮਨ ਨੂੰ, ਸਵਾਸਾਂ ਨੂੰ ਲੁੱਟਦੇ ਨੇ, ਮਨ ਨੂੰ ਭਰਮ ਦੇ ਵਿੱਚ ਪਾਉਂਦੇ ਨੇ, ਸੰਸਾਰ ਦੇ ਨਾਲ ਜੋੜਦੇ ਨੇ, ਮੋਹ ਦੇ ਵਿੱਚ ਫਸਾਉਂਦੇ ਨੇ। ਮੋਹ ਆਪਣਾ ਕਰਮ ਕਰਦਾ ਹੈ, ਲੋਭ ਆਪਣਾ ਕਰਮ ਕਰਦਾ ਹੈ, ਹੰਕਾਰ ਆਪਣਾ ਕਰਮ ਕਰਦਾ ਹੈ, ਤੇ ਇੱਦਾਂ ਹੀ ਕਾਮ ਆਪਣੇ ਵਿਚਾਰ ਦਿੰਦਾ ਹੈ, ਕ੍ਰੋਧ ਆਪਣੇ ਦਿੰਦਾ ਹੈ। ਇਹ ਪੰਜ ਨਾਲ ਹੀ ਰਹਿੰਦੇ ਨੇ। ਕਰ ਕਿਰਪਾ ਪ੍ਰਭ ਲਏ ਨਿਵਾਰੇ। ਪਰ ਜੇ ਅਸੀਂ ਉਸ ਪ੍ਰਭੂ ਦੇ ਹੋ ਜਾਈਏ, ਉਸ ਨੂੰ ਰਮੀਏ, ਫਿਰ ਆਪ ਮਾਲਕ ਸਾਨੂੰ ਇਹਨਾਂ ਤੋਂ ਬਚਾ ਲੈਂਦਾ ਹੈ, ਨਿਵਾਰ ਲੈਂਦਾ ਹੈ। ਇੱਥੇ ਤੱਕ ਕਿ ਉਹਨਾਂ ਨੂੰ ਸਾਡੀ ਸੇਵਾ ਦੇ ਵਿੱਚ ਲਾ ਦਿੰਦਾ ਹੈ, ਸਾਡੇ ਮਿੱਤਰ ਬਣਾ ਦਿੰਦਾ ਹੈ। ਜਿਵੇਂ ਆਪਾਂ ਕੱਲ੍ਹ ਪਰਸੋਂ ਵਿਚਾਰ ਰਹੇ ਸੀ ਕਿ ਉਹੀ ਲੋਭ ਜਿਹੜਾ ਸੰਸਾਰ ਕਰਦਾ, ਉਹੀ ਜੀਵ ਫਿਰ ਮਨ ਕਰਕੇ ਕਰਦਾ ਹੈ, ਪ੍ਰਭੂ ਦੀ ਭਗਤੀ ਸਿਮਰਨ ਦੇ ਵਿੱਚ ਲਾਉਂਦਾ ਹੈ। ਉਹੀ ਜਿਹੜਾ ਮੋਹ ਹੈ, ਉਹ ਪਰਮੇਸ਼ਰ ਨਾਲ ਪਾ ਲੈਂਦਾ ਹੈ, ਤੇ ਜੇ ਮਾਣ ਵੀ ਕਰਦਾ ਹੈ ਤੇ ਉਸ ਪ੍ਰਭੂ ਦਾ ਕਰਦਾ ਹੈ। ਮਾਨ ਕਰੂੰ ਤੁਧ ਉਪਰੈ। ਜੋ ਵੀ ਕਰਦਾ ਹੈ, ਜੇ ਕ੍ਰੋਧ ਵੀ ਕਰਦਾ, ਆਪਣੇ ਆਪ ਤੇ ਕਰਦਾ ਹੈ। ਕੁਛ ਗਲਤ ਹੁੰਦਾ ਆਪਣੇ ਆਪ ਤੇ, ਕਿਉਂਕਿ ਇਹ ਸਾਡੇ ਮਿੱਤਰ ਬਣ ਜਾਂਦੇ ਨੇ। ਪਰ ਜਦੋਂ ਅਸੀਂ ਗੁਰੂ ਗੋਬਿੰਦ ਨੂੰ ਭੇਟਦੇ ਹਾਂ, ਦੁਰਜਨ ਤੇ ਸਾਜਨ ਪਏ, ਭੇਟੇ ਗੁਰ ਗੋਬਿੰਦ। ਇਹ ਜਿਹੜੇ ਦੁਰਜਨ ਨੇ, ਸਾਡੇ ਦੁਸ਼ਮਣ ਨੇ, ਇਹ ਸਾਡੇ ਮਿੱਤਰ ਬਣ ਜਾਂਦੇ ਨੇ, ਸੱਜਣ ਬਣ ਜਾਂਦੇ ਨੇ। ਪਰ ਕਦੋਂ? ਜਦੋਂ ਆਪ ਪ੍ਰਭੂ ਆਪਣੇ ਬਣਾ ਲੈਂਦਾ, ਆਪ ਦਇਆ ਕਰਦਾ, ਜਦੋਂ ਅਸੀਂ ਉਸ ਨੂੰ ਰਮਦੇ ਹਾਂ। ਮਹਾਂ ਤਪਤ ਸਾਗਰ ਸੰਸਾਰ। ਸੰਸਾਰ ਸਾਗਰ ਹੈ, ਮਾਇਆ ਦਾ ਅਗਨ ਹੈ, ਇਸ ਦੇ ਵਿੱਚ ਤਪ ਰਿਹਾ ਹੈ। ਸਾਰਾ ਸੰਸਾਰ ਹੀ ਤਪ ਰਿਹਾ ਹੈ, ਕਿਉਂਕਿ ਕੱਲ ਤਾਤਾ ਹੈ। ਪ੍ਰਭ ਖਿਨ ਮੈਂ ਪਾਰ ਉਤਾਰਨਹਾਰ। ਲੇਕਿਨ ਪ੍ਰਭੂ ਐਸਾ ਹੈ, ਜਿਨ੍ਹਾਂ ਤੇ ਦਇਆ ਕਰਦਾ ਹੈ, ਉਹਨਾਂ ਨੂੰ ਇੱਕ ਖਿਨ ਦੇ ਵਿੱਚ ਇਸ ਸਾਗਰ ਦੇ ਵਿੱਚ ਉਤਾਰ ਲੈਂਦਾ ਹੈ। ਕਿੱਥੇ ਲੈ ਜਾਂਦਾ ਹੈ? ਜਿੱਥੇ ਨਾਮ ਹੈ, ਕਿਉਂਕਿ ਨਾਮ ਠੰਡਾ ਹੈ। ਕਲ ਤਾਤੀ ਠੰਡਾ ਹਰ
ਨਾਉ। ਅਨੇਕ ਬੰਧਨ ਤੋਰੇ ਨਹੀਂ ਜਾਹੇ। ਇੱਕ ਨਹੀਂ ਅਨੇਕਾਂ ਬੰਧਨ ਪਏ ਨੇ ਸਾਡੇ ਮਨ ਨੂੰ, ਜਿਨ੍ਹਾਂ ਤੋਂ ਅਸੀਂ ਛੁੱਟ ਨਹੀਂ ਸਕਦੇ, ਜਿਨ੍ਹਾਂ ਬੰਧਨਾਂ ਨੂੰ ਅਸੀਂ ਤੋੜ ਨਹੀਂ ਸਕਦਾ ਜੀਵ। ਜਿੰਨਾ ਮਰਜ਼ੀ ਵੀ ਚਾਹ ਲਵੇ ਤੋੜ ਨਹੀਂ ਸਕਦਾ, ਕਿਉਂਕਿ ਬੰਧਨ ਕਿਸ ਦੇ ਨੇ ਪਾਏ ਹੋਏ? ਮਾਇਆ ਦੇ। ਮਾਇਆ ਕਿਸ ਨੇ ਪੈਦਾ ਕੀਤੀ ਹੈ? ਮਾਲਕ ਨੇ। ਇਸ ਕਰਕੇ ਜਦ ਤੱਕ ਮਾਲਕ ਮਾਇਆ ਨੂੰ ਕਹਿ ਦਿੰਦਾ ਕਿ ਇਸ ਨੂੰ ਛੱਡਣਾ ਨਹੀਂ, ਛੁੱਟ ਨਹੀਂ ਸਕਦੇ। ਜਦੋਂ ਆਗਿਆ ਕਰ ਦਿੰਦਾ ਵੀ ਛੱਡ ਦਿਓ, ਫਿਰ ਛੱਡਦੀ ਹੈ, ਕਿਉਂਕਿ ਮਾਇਆ ਵੀ ਉਸ ਪ੍ਰਭੂ ਦੇ ਹੁਕਮ ਦੇ ਵਿੱਚ ਹੈ। ਇਸ ਕਰਕੇ ਸਮਝਾਉਂਦੇ ਨੇ, ਸਿਮਰਤ ਨਾਮ ਮੁਕਤ ਫਲ ਪਾਹੇ। ਜੇ ਅਸੀਂ ਉਸ ਪ੍ਰਭੂ ਦੇ ਨਾਮ ਨੂੰ ਸਿਮਰਾਂਗੇ, ਗੁਰ ਲੈ ਕੇ ਕਮਾਵਾਂਗੇ, ਫਿਰ ਸਾਡੇ ਬੰਧਨ ਟੁੱਟ ਜਾਂਦੇ ਨੇ, ਫਿਰ ਮਨ ਮੁਕਤੀ ਪ੍ਰਾਪਤ ਕਰਦਾ ਹੈ। ਪਰ ਆਪਣੇ ਆਪ ਜੀ ਜਿੰਨਾ ਮਰਜ਼ੀ ਚਾਹੇ ਛੁੱਟ ਨਹੀਂ ਸਕਦਾ ਬੰਧਨਾਂ ਦੇ ਵਿੱਚੋਂ। ਮਹਾਰਾਜ ਸਮਝਾਉਂਦੇ ਨੇ, ਤੈਡੀ ਬੰਦਸ ਮੈਂ ਕੋਏ ਨਾ ਡਿਠਾ। ਵੀ ਜਿਹੀ ਜੀ ਬੰਦਸ ਤੂੰ ਪਾਈ ਹੈ, ਮੈਂ ਨਹੀਂ ਕੋਈ ਐਸਾ ਦੇਖਿਆ। ਤੂੰ ਨਾਨਕ ਮਨ ਪਾਣਾ। ਪਰ ਤੂੰ ਮਨ ਨੂੰ ਪਾਉਣ ਵਾਲਾ ਹੈ, ਤਾਂ ਬੰਦਸ ਹੀ ਐਸੀ ਪਾਤੀ। ਕੋਲ ਕਮਾਈ ਤਿਸ ਮਿੱਤਰ ਵਿਛੋਲੇ, ਜੈ ਮਿਲ ਕੰਤ ਪਛਾਣਾ। ਵੀ ਅਸੀਂ ਤਾਂ ਉਸ ਵਿਚੋਲੇ ਤੋਂ ਬਾਰੇ ਜਾਈਏ, ਗੁਰ ਤੋਂ ਬਾਰੇ ਜਾਈਏ, ਗੁਰ ਦੇ ਬਲਿਹਾਰੇ ਜਾਈਏ, ਜਿਸ ਨੇ ਸਾਨੂੰ ਤੇਰੀ ਪਹਿਚਾਨ ਕਰਵਾ ਦਿੱਤੀ, ਜਿਸ ਨੂੰ ਮਿਲ ਕੇ ਤੇਰੀ ਪਹਿਚਾਨ ਹੋ ਗਈ ਕਿ ਤੂੰ ਇੰਨਾ ਮਨ ਨੂੰ ਭਾਉਣ ਵਾਲਾ ਹੈ, ਇੰਨਾ ਮਨ ਨੂੰ ਮੋਹਣ ਵਾਲਾ ਹੈ। ਪਰ ਤੂੰ ਪਹਿਲਾਂ ਬੰਦਸ ਹੀ ਐਸੇ ਪਾਏ ਸੀ ਕਿ ਐਸੇ ਬੰਦਸ ਨਹੀਂ ਦੇਖੇ। ਕੋਲ ਹੋ ਕੇ ਵੀ, ਸਾਹਮਣੇ ਹੋ ਕੇ ਵੀ ਸਾਤੋਂ ਦੂਰ ਸੀ। ਅਸੀਂ ਤੈਨੂੰ ਦੇਖ ਨਹੀਂ ਸੀ ਸਕਦੇ, ਕਿਉਂਕਿ ਉਸ ਪ੍ਰਭੂ ਦੇ ਜਦੋਂ ਬੰਧਨ ਪਾਉਂਦਾ ਹੈ, ਕਿਹੜੇ ਬੰਧਨ ਪਾਉਂਦਾ ਹੈ? ਮੋਹ ਦੇ। ਮੋਹ ਦੀ ਪਾਈ ਦੇ ਵਿੱਚ ਸਾਨੂੰ ਬੰਨ੍ਹ ਦਿੰਦਾ ਹੈ। ਤੇ ਆਪਾਂ ਵੀ ਪ੍ਰਭੂ ਨੂੰ ਬੰਧਨ ਪਾ ਸਕਦੇ ਹਾਂ, ਪਰ ਉਹ ਬੰਧਨ ਕਿਹੜੇ ਨੇ? ਪ੍ਰੇਮ ਦੇ ਬੰਧਨ। ਕਿਉਂਕਿ ਪ੍ਰੇਮ ਦੇ ਬੰਧਨ ਦੇ ਵਿੱਚ ਪ੍ਰਭੂ ਨੂੰ ਆਪਾਂ ਬੰਨ੍ਹ ਸਕਦੇ ਹਾਂ, ਹੋਰ ਕੋਈ ਦੂਸਰਾ ਬੰਧਨ ਨਹੀਂ ਹੈ। ਸਿਮਰਤ ਨਾਮ ਮੁਕਤ ਫਲ ਪਾਹੇ। ਫਿਰ ਮੁਕਤੀ ਪ੍ਰਾਪਤ ਹੋ ਜਾਂਦੀ, ਮੁਕਤ ਫਲ ਮਿਲਦਾ ਹੈ ਪ੍ਰਭੂ ਦੇ ਨਾਮ ਨੂੰ ਸਿਮਰਨ ਦੇ ਨਾਲ। ਉਕਤ ਸਿਆਣਪ ਇਸ ਤੇ ਕਛ ਨਾਹੇ। ਆਪਣੇ ਆਪ ਤੇ ਇਹ ਕੋਈ ਆਪਣੀ ਸਿਆਣਪ ਦੁਆਰਾ ਕੁਛ ਨਹੀਂ ਕਰ ਸਕਦੇ, ਕਿਉਂਕਿ ਆਪਣੇ ਕੋਲ ਚਾਹੇ ਇੱਕ ਨਹੀਂ ਲੱਖਾਂ ਸਿਆਣਪਾਂ ਵੀ ਹੋਣ, ਫਿਰ ਵੀ ਉੱਥੇ ਸਾਡੀ ਇੱਕ ਸਿਆਣਪ ਨਹੀਂ ਚੱਲਦੀ। ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਸਾਡੇ ਕੋਲ ਚਾਹੇ ਕਿੰਨੀਆਂ ਸਿਆਣਪਾਂ ਹੋਣ, ਸਾਡੇ ਉੱਥੇ ਨਹੀਂ ਨਾਲ ਚੱਲਣੀ, ਕਿਉਂਕਿ ਉਸ ਪ੍ਰਭੂ ਨੂੰ ਮਿਲਣ ਦੇ ਵਾਸਤੇ ਜਦੋਂ ਸਾਨੂੰ ਆਪਣੀ ਸਿਆਣਪ ਛੱਡ ਕੇ ਗੁਰ ਦੀ ਮੱਤ ਲੈਣੀ ਪੈਂਦੀ ਹੈ। ਮਹਾਰਾਜ ਸਮਝਾਉਂਦੇ ਨੇ, ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਕਿ ਭਗਤੀ ਤੋਂ ਬਿਨਾਂ ਬੜੇ ਬੜੇ ਸਿਆਣੇ ਲੋਕ, ਬੜੇ ਸਿਆਣਪਾਂ ਵਾਲੇ ਡੁੱਬ ਗਏ। ਇਸ ਕਰਕੇ ਗੁਰ ਦੀ ਮੱਤ ਨਾਲ ਹੀ ਆਪਾਂ ਉਸ ਪ੍ਰਭੂ ਨੂੰ ਮਿਲ ਸਕਦੇ ਹਾਂ। ਕਰ ਕਿਰਪਾ ਨਾਨਕ ਗੁਣ ਗਾਹੇ। ਇਹ ਜਿਹੜੀ ਕਿਰਪਾ ਹੈ, ਮਾਲਿਕ ਦੀ ਕਿਰਪਾ ਦੁਆਰਾ ਹੀ ਉਸ ਪ੍ਰਭੂ ਦੇ ਗੁਣ ਗਾਏ ਜਾਂਦੇ ਨੇ। ਜਦੋਂ ਆਪ ਗਵਾਉਂਦਾ ਹੈ, ਆਪਣੇ ਆਪ ਆਪਾਂ ਨਹੀਂ ਗਾ ਸਕਦੇ। ਆਪ ਜਦੋਂ ਕਿਰਪਾ ਕਰਦਾ ਹੈ, ਫਿਰ ਆਪਣੇ ਗੁਣ ਗਵਾਉਂਦਾ ਹੈ। ਆਪ ਮਨ ਵਿੱਚ ਵਸਦਾ ਹੈ, ਆਪਣਾ ਨਾਮ ਜਪਾਉਂਦਾ ਹੈ। ਆਪ ਖੁਸ਼ ਹੋ ਕੇ ਮਨ ਵਿੱਚ ਵਸਦਾ ਹੈ, ਮਨ ਨੂੰ ਪ੍ਰਕਾਸ਼ ਕਰ ਦਿੰਦਾ ਹੈ। ਤੇ ਸਾਰਾ ਕੁਛ ਉਸ ਪ੍ਰਭੂ ਦੀ ਦਇਆ ਦੇ ਵਿੱਚ ਹੈ। ਆਪਣੇ ਆਪ ਕੁਛ ਨਹੀਂ ਕਰ ਸਕਦੇ।
ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੁਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ, ਪ੍ਰਭੂ ਦਇਆ ਤੇ ਮਤ ਉੱਤਮ ਹੋਏ। ਉਹਦੀ ਦਇਆ ਨਾਲ ਸਾਡੀ ਮਤ ਉੱਤਮ ਹੁੰਦੀ ਹੈ, ਆ ਮਨ ਵਿੱਚ ਵਸਦਾ ਹੈ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੂ ਕਛੂ ਨ ਕਿਨਹੂ ਲਿਆ। ਆਪਣੇ ਆਪ ਨਹੀਂ ਕਿਸੇ ਨੇ ਲਿਆ, ਉਸ ਪ੍ਰਭੂ ਦੀ ਦਇਆ ਤੇ ਹੈ ਸਾਰਾ ਕੁਛ। ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ, ਨਾਨਕ ਇਨ ਕਹਿ ਕਛੂ ਨ ਹੱਥ। ਉਕਤ ਸਿਆਣਪ ਕਛੂ ਨਾ ਮੇਰੀ, ਆਪਣੀ ਸਿਆਣਪ ਨਹੀਂ ਇੱਥੇ ਚੱਲਦੀ। ਉਸ ਪ੍ਰਭੂ ਦੀ ਦਇਆ ਦੇ ਨਾਲ ਹੀ ਸਾਰਾ ਕੁਛ ਆਪਾਂ ਕਰ ਸਕਦੇ ਹਾਂ। ਸੋ ਆਓ ਹੁਣ ਨਾਲ ਨਾਲ ਆਪਾਂ ਉਸ ਪ੍ਰਭੂ ਦੀ ਦਇਆ ਦੇ ਪਾਤਰ ਬਣੀਏ। ਕਿਸੇ ਤੋਂ ਦਇਆ ਲੈਣੀ ਹੈ, ਉਸ ਦੇ ਅੱਗੇ ਆਪਾਂ ਨੂੰ ਨਿਭਣਾ ਪੈਂਦਾ ਹੈ। ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਵੀ ਲੋਕ ਦਇਆ ਪ੍ਰਾਪਤ ਕਰਨ ਵਾਸਤੇ ਆ ਕੇ ਨਿਭਦੇ ਨੇ, ਝੁਕਦੇ ਨੇ, ਪਰ ਉਹਨਾਂ ਦਾ ਨਿਭਣਾ ਹੋਰ ਹੁੰਦਾ ਹੈ। ਉਹਨਾਂ ਦੇ ਅੰਦਰ ਕਪਟ ਹੁੰਦਾ ਹੈ, ਅਤੇ ਬਾਹਰੋਂ ਸਾਨੂੰ ਨਿਭਦੇ ਦਿਖਦੇ ਨੇ, ਲੇਕਿਨ ਅੰਦਰ ਕਪਟ ਹੈ, ਅਤੇ ਆਪਾਂ ਉਹਨਾਂ ਦੇ ਕਪਟ ਵਿੱਚ ਫਸ ਜਾਂਦੇ ਹਾਂ। ਲੇਕਿਨ ਪ੍ਰਭੂ ਦੇ ਅੱਗੇ ਕਪਟ ਨਹੀਂ ਚੱਲੇਗਾ। ਉੱਥੇ ਸਾਨੂੰ ਅਸਲ ਦੇ ਵਿੱਚ ਨਿਭਣਾ ਪਏਗਾ। ਉੱਥੇ ਦਿਖਾਵੇ ਦਾ ਨਿਭਣਾ ਨਹੀਂ ਹੈ, ਕਿਉਂਕਿ ਉਹ ਸਾਡੇ ਅੰਦਰ ਦੀ ਜਾਣਦਾ ਹੈ। ਕਟ ਕਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਸ ਨੂੰ ਪਤਾ ਹੈ ਵੀ ਕੌਣ ਜੀਵ ਸੱਚੇ ਮਨ ਦੇ ਨਾਲ ਆਉਂਦਾ ਹੈ ਮੇਰੀ ਸ਼ਰਨ ਦੇ ਵਿੱਚ, ਅਤੇ ਕਿਹੜਾ ਕਪਟੀ ਹੈ, ਕਿਸ ਦੇ ਅੰਦਰ ਕਪਟ ਹੈ। ਜੇ ਅਸੀਂ ਕਪਟ ਦੇ ਨਾਲ ਚਾਹੇ ਦਿਨ ਰਾਤ ਗਾਈ ਜਾਈਏ, ਪਰ ਪ੍ਰਭੂ ਨੂੰ ਨਹੀਂ ਪਾਉਂਦਾ। ਜਿਵੇਂ ਸੰਸਾਰ ਦੇ ਵਿੱਚ ਮਹਾਰਾਜ ਸਮਝਾਉਂਦੇ ਨੇ, ਬਹੁਤ ਰਾਗੀ ਨਾਦੀ ਪ੍ਰਭੂ ਨੂੰ ਗਾਉਂਦੇ ਨੇ, ਪਰ ਅੰਦਰ ਕਪਟ ਹੈ, ਅਤੇ ਪ੍ਰਭੂ ਜਾਣਦਾ ਹੈ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ ਚੌਥੇ ਪਾਤਸ਼ਾਹ ਜੀ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ, ਤਿਨਾ ਅੰਤਰ ਕਪਟ ਬੇਕਾਰ ਹੈ, ਤਿਨਾ ਰੋਇ ਕੈ ਕੀਜੈ। ਹਰ ਕਰਤਾ ਸਭ ਕੀ ਜਾਣਦਾ, ਤਿਸ ਰੋਗ ਹੱਥ ਥੀਜੈ। ਜਿਨਾ ਨਾਨਕ ਗੁਰਮੁਖ ਹਿਰਦਾ ਸੁਧ ਹੈ, ਹਰ ਭਗਤ ਹਰ ਲੀਜੈ। ਜਿਨ੍ਹਾਂ ਦੇ ਅੰਦਰ ਕਪਟ ਨਹੀਂ, ਜਿਨ੍ਹਾਂ ਦਾ ਹਿਰਦਾ ਸ਼ੁੱਧ ਹੈ, ਉਹਨਾਂ ਨੂੰ ਹਰੀ ਦੀ ਭਗਤੀ ਮਿਲਦੀ ਹੈ, ਦੂਜਿਆਂ ਨੂੰ ਨਹੀਂ ਮਿਲਦੀ। ਉਹ ਦਇਆ ਦੇ ਪਾਤਰ ਬਣਦੇ ਨੇ ਜਿਨ੍ਹਾਂ ਦੇ ਅੰਦਰ ਕਪਟ ਨਹੀਂ, ਜਿਨ੍ਹਾਂ ਦੇ ਅੰਦਰ ਇੱਕੋ ਹੀ ਇੱਛਾ ਹੈ ਉਸ ਪ੍ਰਭੂ ਨੂੰ ਮਿਲਣਾ, ਉਸ ਪ੍ਰਭੂ ਦੇ ਦਰਸ਼ਨ ਕਰਨੇ, ਉਸ ਪ੍ਰਭੂ ਦੇ ਹੋਣਾ, ਉਸ ਨੂੰ ਆਪਾ ਸਮਰਪਿਤ ਕਰਨਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਆ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਅਤੇ ਸੰਤੋ ਕਥਾ ਕਰਦੇ ਨੇ ਜਿਹੜੇ ਉਸ ਨੂੰ ਸੁਣ ਕੇ ਮੰਨ ਕੇ ਚੱਲਦੇ ਨੇ, ਅਤੇ ਉਹ ਪ੍ਰਭੂ ਨੂੰ ਪਾਉਂਦੇ ਨੇ। ਸੋ ਆਓ ਹੁਣ ਆਪਾਂ ਕਿਵੇਂ ਕਰਨਾ ਹੈ। ਪਹਿਲਾਂ ਮਨ ਨੂੰ, ਦੋਨਾਂ ਨੂੰ ਇੱਕ ਦ੍ਰਿਸ਼ਟ ਇਸ ਪੁਆਇੰਟ 'ਤੇ ਇੱਕ ਕਰਨਾ ਹੈ, ਕਿਉਂਕਿ ਸੱਜਾ ਨੇਤਰ ਸਾਡਾ ਖੱਬੇ ਸਮਾਏਗਾ। ਇਹ ਰਸਤਾ ਜਿਹੜਾ ਹੈ ਜਮ ਮਾਰਗ ਬੰਦ ਹੋ ਜਾਏਗਾ ਸਾਡਾ। ਆਪਾਂ ਲਿਵ ਦੇ ਰਸਤੇ ਚੱਲਾਂਗੇ ਤਾਂ ਅੱਧਾ ਰਸਤਾ ਬੰਦ ਹੋ ਜਾਏਗਾ। ਇਹ ਸੂਰਜ ਸਾਡਾ, ਇਹ ਚੰਦਰਮਾ ਸਮਾ ਜਾਏਗਾ। ਆਓ ਇਸ ਵਾਸਤੇ ਆਪਾਂ ਥੋੜ੍ਹਾ ਸਮਝਣਾ ਹੈ ਪਹਿਲਾਂ ਕਿ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਕੇ ਆਪਾਂ ਆਪਣੇ ਆਪ ਨੂੰ ਸਮਝਣਾ ਹੈ, ਜਾਣਨਾ ਹੈ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟੀ ਦੇ ਵਿੱਚ ਹਾਂ। ਕਿਸ ਅਵਸਥਾ 'ਚ ਵਿਚਰਦੇ ਹਾਂ। ਅਸੀਂ ਤਮੋ ਗੁਣੀ ਹਾਂ, ਰਜੋ ਗੁਣੀ ਹਾਂ ਜਾਂ ਸਤੋ ਗੁਣੀ ਹਾਂ। ਕਿੱਥੇ ਸਾਡੇ ਮਨ ਦੀ ਅਵਸਥਾ। ਗੱਲਾਂ ਦੇ ਨਾਲ ਨਹੀਂ, ਇਹ ਸਾਰੀ ਮਨ ਦੀ ਅਵਸਥਾ ਦੀ ਖੇਡ ਹੈ। ਜਦੋਂ ਦੋਨੇ ਨੇਤਰਾਂ ਨੂੰ ਆਪਾਂ ਇਸ ਪੁਆਇੰਟ 'ਤੇ ਦੇਖਾਂਗੇ, ਇੱਥੇ ਦ੍ਰਿਸ਼ਟੀ ਨੂੰ ਫੋਕਸ ਕਰਾਂਗੇ, ਅਤੇ ਇੱਥੇ ਦੇਖਾਂਗੇ ਆਪਾਂ, ਅਤੇ ਇੱਥੇ ਦੇਖਣਾ ਹੈ ਕਿ ਨੱਕ ਦਿਸਦਾ ਹੈ ਜਾਂ ਨਹੀਂ।
ਕਿਉਂਕਿ ਜੇ ਇੱਕ ਦ੍ਰਿਸ਼ਟ ਹੋਈਏ ਅਸੀਂ, ਸਾਨੂੰ ਆਪਣਾ ਨੱਕ ਨਹੀਂ ਦਿਸੇਗਾ। ਜੇ ਦੋ ਦ੍ਰਿਸ਼ਟ ਹਨ ਤੇ ਨੱਕ ਨਜ਼ਰ ਆਏਗਾ। ਜੇ ਦਿਸਦਾ ਹੈ ਫਿਰ ਆਪਾਂ ਇਹ ਦੇਖਣਾ ਕਿਸ ਪਾਸੇ ਤੋਂ ਦਿਸਦਾ, ਧਿਆਨ ਸਾਡਾ ਕਿਸ ਪਾਸੇ ਜ਼ਿਆਦਾ ਹੈ। ਸੱਜੇ ਪਾਸਿਓਂ ਦਿਸਦਾ, ਇਹਦਾ ਤਮੋ ਗੁਣ ਹੈ। ਖੱਬੇ ਦਿਸਦਾ, ਰਜੋ ਗੁਣ ਹੈ। ਜੇ ਵਿਚਾਲੇ ਦਿਸਦਾ, ਸਤੋ ਗੁਣ ਹੈ। ਤੇ ਜੇ ਨਹੀਂ ਦਿਸਦਾ, ਇੱਕ ਦ੍ਰਿਸ਼ਟ ਹਾਂ। ਇੰਨੀ ਪਹਿਲਾਂ ਪਰਖ ਕਰਨੀ ਹੈ। ਤੇ ਫਿਰ ਅੱਗੇ ਆਪਾਂ ਚੱਲਾਂਗੇ। ਪਹਿਲਾਂ ਦੇਖੋ, ਜੇ ਕੋਈ ਨਵਾਂ ਜੀਵ ਹੈ ਉਹ ਸਮਝਣ ਦੀ ਕੋਸ਼ਿਸ਼ ਕਰੇ। ਪਹਿਲਾਂ ਇੱਥੇ ਧਿਆਨ ਟਿਕਾ ਕੇ ਆਪਣੇ ਆਪ ਨੂੰ ਥੋੜ੍ਹਾ ਪਰਖਾਂਗੇ। ਉਸ ਤੋਂ ਬਾਅਦ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਇੱਥੋਂ ਆਪਾਂ ਸਾਹਮਣੇ ਦੇਖਣਾ। ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਜਦੋਂ ਕਵਾਂਗੇ ਸਾਹਮਣੇ, ਫਿਰ ਸਾਹਮਣੇ। ਜਦੋਂ ਕਵਾਂਗੇ ਸਾਹਮ ਕਰੋ, ਫਿਰ ਇੱਥੇ, ਇੱਥੇ ਸਾਹਮਣੇ, ਫਿਰ ਮਸਤਕ ਦੇ ਸਾਹਮਣੇ। ਮਸਤਕ ਦੇ ਸਾਹਮਣੇ ਪਲਕਾਂ ਪੂਰੀਆਂ ਉੱਤੇ ਚੁੱਕ ਦੇਣੀਆਂ ਨੇ। ਫਿਰ ਜਦੋਂ ਕਹਾਂਗੇ ਸਾਹਮਣੇ, ਫਿਰ ਸਮ ਕਰਨਾ ਹੈ। ਆਓ ਕਰੀਏ। ਪਹਿਲਾਂ ਨੇਤਰ ਸਮ ਕਰੀਏ। ਇਸ ਪੁਆਇੰਟ 'ਤੇ ਦ੍ਰਿਸ਼ਟੀ ਨੂੰ ਫੋਕਸ ਕਰੀਏ। ਸਾਹਮਣੇ ਲੈ ਕੇ ਆਓ ਧਿਆਨ। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ। ਫਿਰ ਸਾਹਮਣੇ ਲੈ ਕੇ ਆਓ। ਫਿਰ ਦ੍ਰਿਸ਼ਟੀ ਨੂੰ ਸਮ ਕਰੋ, ਫੋਕਸ ਕਰੋ। ਨੇਤਰ ਸਮ ਕਰਕੇ ਆਪਣੇ ਆਪ ਨੂੰ ਦੇਖੋ। ਆਓ ਦੇਖੋ ਆਪਣੇ ਪ੍ਰਕਾਸ਼ ਰੂਪ ਨੂੰ। ਜੇ ਕੋਈ ਨਵਾਂ ਜੀਵ ਜੇ ਜਿਸ ਨੂੰ ਪਹਿਲਾਂ ਨੱਕ ਦਿਸਦਾ ਸੀ, ਉਸਨੇ ਇਹ ਦੇਖਣਾ ਹੈ ਕਿ ਨੱਕ ਜਿਸ ਨੂੰ ਹਟ ਗਿਆ, ਇੱਕ ਦ੍ਰਿਸ਼ਟ ਹੋ ਗਿਆ। ਜੇ ਇੱਕ ਦ੍ਰਿਸ਼ਟ ਹੋ ਗਿਆ ਤੇ ਉਸ ਨੂੰ ਆਪਣਾ ਨੱਕ ਨਜ਼ਰ ਨਹੀਂ ਆਏਗਾ। ਇਸ ਪਾਸੇ ਖੱਬੇ ਪਾਸੇ ਹਲਕਾ ਪਰਛਾਈ ਤੇ ਪਰਛਾਵਾਂ ਤਾਂ ਸਾਨੂੰ ਇੱਕ ਧੁੰਦਲਾਪਨ ਤਾਂ ਨਜ਼ਰ ਆ ਸਕਦਾ ਹੈ, ਲੇਕਿਨ ਅੱਖ ਨਹੀਂ ਦਿਸੇਗਾ।
ਧਿਆਨ ਨੀਚੇ ਲੈ ਜਾਓ। नीचे जो भी आप जिथे बैठे हैं, जो थले विछया है, चादर है, फर्श है, जो भी है, उस तो थोड़ा उत्ते देखने की कोशिश करनी है, रिलैक्स होके, जोर नहीं लगाना। उत्थे सानू एक पानी की तरह जल्दी न्यायिक प्रकाश अनुभव होना शुरू होएगा। और फिर सम करके अपने आप ਨੂੰ देखिए, थोड़ा नेत्र सम करके फिर अपने आप ਨੂੰ अपने फेस वाल देखना है। फिर नीचे लाए जो ध्यान,
और सामने लेके आइए ध्यान। ਮਸਤਕ ਦੇ ਸਾਹਮਣੇ ਲੈ ਜਾਓ ਧਿਆਨ, ਪਲਕਾਂ ਉੱਤੇ ਚੁੱਕ ਦਿਓ ਜੀ।
ਫਿਰ ਸਾਹਮਣੇ ਲੈ ਕੇ ਆਈਏ ਧਿਆਨ। नीचे ले जाओ जी ध्यान। सम करके देखे अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇੱਦਾਂ ਆਪਾਂ ਆਪਣੇ ਮਨ ਨੂੰ ਨਿਭਾਉਣਾ ਹੈ। ਮਨ ਨੀਵਾਂ ਹੋਏਗਾ ਤੇ ਮਾਲਕ ਸਾਨੂੰ ਉੱਚਾ ਚੁੱਕੇਗਾ, ਕਿਉਂਕਿ ਆਪਾਂ ਆਪਣੇ ਆਪ ਨੂੰ ਨੀਚਾ ਜਾਣਨਾ ਹੈ ਤੇ ਉਹੀ ਸਭ ਤੋਂ ਉੱਚਾ ਹੈ। आप उसको जो जाने नीचा सो गणिया, सब ते ऊंचा जाका मन होए सगल कीरी ना, हर हर नाम तिन कट कट चीना। ਜਦੋਂ ਸਾਡਾ ਮਨ ਸਾਰਿਆਂ ਦੇ ਚਰਨਾਂ ਦੀ ਰੀਨ ਹੋ ਜਾਏਗਾ, ਸਾਰਿਆਂ ਨੀਮਾ ਦੇਖੇਗਾ, ਸਾਰਿਆਂ ਦੇ ਚਰਨਾਂ ਵੱਲ ਦੇਖੇਗਾ, ਘਟ ਘਟ ਦੇ ਵਿੱਚ ਉਸ ਮਾਲਕ ਨੂੰ ਦੇਖ ਲਏਗਾ। ਤੇ ਆਪਾਂ ਸਾਰਿਆਂ ਨੂੰ ਉਸ ਮਾਲਕ ਨੂੰ ਦੇਖਣਾ ਹੈ ਤੇ ਇਹ ਆਪਣਾ ਜੀਵਨ ਬਣ ਜਾਣਾ ਹੈ। ਆਪਾਂ ਪਾਪ ਪੁੰਨ ਤੋਂ ਨਿਰਲੇਪ ਹੋਣਾ ਹੈ। ਮਨ ਆਪਣੇ ਤੇ ਬੁਰਾ ਮਿਟਾਣਾ, ਪੇਖੈ ਸਗਲ ਸਿਸ਼ਟ ਸਾਜਨਾ। ਸਾਰਿਆਂ ਨੂੰ ਸੱਜਣ ਦੇਖਣਾ ਹੈ। ਦੁੱਖ ਸੁੱਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਦੁੱਖ ਸੁੱਖ ਨੂੰ ਸਮ ਕਰਕੇ ਚੱਲਾਂਗੇ, ਪਾਪ ਪੁੰਨ ਤੋਂ ਨਿਰਲੇਪ ਹੋ ਜਾਵਾਂਗੇ ਤੇ ਫਿਰ ਉਸ ਪ੍ਰਭੂ ਦੇ ਨਾਲ ਸਾਡਾ ਮਿਲਾਪ ਹੋ ਜਾਂਦਾ ਹੈ। ਫਿਰ ਸਾਨੂੰ ਪੁਰਖ ਪ੍ਰਧਾਨ ਕਹਿੰਦੇ ਨੇ। ਸਰ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕੇ ਮਿਟੇ ਅਭਿਮਾਨ। ਜਿਨ੍ਹਾਂ ਦਾ ਸਾਧੂ ਜਿਨ੍ਹਾਂ ਦਾ ਸੰਗ ਕਰਕੇ ਹਉਮੈ ਖਤਮ ਹੋ ਜਾਂਦੀ ਹੈ, ਉਸ ਨੂੰ ਪ੍ਰਧਾਨ ਕਿਹਾ ਹੈ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹੋਣਗੀਆਂ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।